ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਪੰਜਾਬ ਦੀ ਸਿਆਸਤ ਦੀ ਆਬੋ ਹਵਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਾਫੀ ਦਿਨਾਂ ਤੋਂ ਚਰਚਾ ਹੈ। ਨਵਜੋਤ ਸਿੰਘ ਸਿੱਧੂ ਨੂੰ ਕੀ ਅਹੁਦਾ ਮਿਲਦਾ ਹੈ, ਇਸ ਬਾਰੇ ਵੀ ਚਰਚਾ ਹੈ। ਪਰ ਹੁਣ ਹਰੀਸ਼ ਰਾਵਤ ਨੇ ਸਾਰੀਆਂ ਗੱਲਾਂ ਬਾਤਾਂ ਖੋਲ ਕੇ ਰੱਖ ਦਿੱਤੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਬਾਰੇ ਕੀ ਸੋਚਦੇ। ਇਸ ਪੂਰੀ ਖਬਰ ਤੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਚੋਣਾਂ ਚੱਲ ਰਹੀਆਂ ਨੇ, ਉੱਥੇ ਕਿਸਾਨ ਜਥੇਬੰਦੀਆਂ ਪਹੁੰਚ ਗਈਆਂ ਨੇ ਵਿਰੋਧ ਕਰਨ ਦੇ ਲਈ ਮੋਦੀ ਸਰਕਾਰ ਦਾ। ਤਾਂ ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਗਰਾਮ ਦੇ ਵਿੱਚ ਡਾਕਟਰ ਭੀਮਿੰਦਰ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕ ਨਾਥ ਟੀਵੀ ਤੇ। ਸੁਖਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਗੱਲਬਾਤ ਨਵਜੋਤ ਸਿੰਘ ਸਿੱਧੂ ਤੇ ਹੀ ਕਰਾਂਗੇ। ਬੜੇ ਦਿਨਾਂ ਤੋਂ ਕਿਆਸਰਾਈਆਂ ਲੱਗਦੀਆਂ ਆ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਹੜਾ ਅਹੁਦਾ ਮਿਲਣ ਜਾ ਰਿਹਾ ਹੈ, ਕਦੋਂ ਮਿਲਣ ਜਾ ਰਿਹਾ, ਕਾਂਗਰਸ ਹਾਈ ਕਮਾਨ ਸਿੱਧੂ ਬਾਰੇ ਕੀ ਸੋਚਦੀ ਹੈ, ਕੈਪਟਨ ਅਮਰਿੰਦਰ ਸਿੰਘ ਸਿੱਧੂ ਬਾਰੇ ਕੀ ਸੋਚਦੇ ਨੇ। ਪਰ ਹੁਣ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਦੇ ਵਿੱਚ ਹਰੀਸ਼ ਰਾਵਤ ਨੇ ਬਹੁਤ ਗੱਲਾਂ ਸਾਫ਼ ਕਰ ਦਿੱਤੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਬਾਰੇ ਕੀ ਸੋਚਦੇ ਨੇ ਤੇ ਕੀ ਉਹਨਾਂ ਨੂੰ ਬਣਾਉਣਾ ਚਾਹੁੰਦੇ ਨੇ। ਇੱਕ ਵਾਰੀ ਸਾਨੂੰ ਅਤੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਕਿ ਹਰੀਸ਼ ਰਾਵਤ ਨੇ ਕੀ ਕੁਝ ਗੱਲਾਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਹੀਆਂ ਨੇ। ਸੁਖਵਿੰਦਰ ਜੀ, ਜਦੋਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨਾਂ ਵੇਲੇ ਵੀ ਰਾਵਤ ਜੀ ਜਦੋਂ ਉਹਨਾਂ ਤੋਂ ਬਾਅਦ ਆਉਂਦੇ ਰਹੇ ਆ, ਲਗਾਤਾਰ ਪੰਜਾਬ ਦੇ ਪ੍ਰਭਾਰੀ ਰਹੇ ਆ ਉਹ ਕਾਂਗਰਸ ਵੱਲੋਂ। ਔਰ ਰਾਵਤ ਹੋਰੀ ਬਹੁਤ ਚੰਗੇ ਇਨਸਾਨ ਨੇ, ਕੋਈ ਦੋ ਰਾਵਾਂ ਨਹੀਂ ਹੈਗੀਆਂ। ਜਿੰਨੀ ਦੇਰ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਤੁਸੀਂ ਧੜੇਬੰਦੀਆਂ ਨੂੰ ਨਹੀਂ ਸਮਝਦੇ ਔਰ ਕਿਹੜੇ ਕਿਹੜੇ ਗਰੁੱਪ ਨੇ ਔਰ ਪਿਛਲੇ 4 ਸਾਲਾਂ ਦੇ ਵਿੱਚ ਉਹ ਕਿਹੜੇ ਕਿਹੜੇ ਲੋਕ ਨੇ ਜਿਹੜੇ ਵੱਖ-ਵੱਖ ਮੁੱਦਿਆਂ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਕਿਵੇਂ ਉਹ ਮੁੱਦੇ ਉਛਾਲਦੇ ਰਹੇ ਨੇ ਔਰ ਇੱਕ ਦੂਜੇ ਦਾ ਵਿਰੋਧ ਕਰਦੇ ਰਹੇ ਨੇ, ਉਹਨਾਂ ਨੂੰ ਦੇਖ ਕੇ ਤੁਸੀਂ ਇਹਦੇ ਭਵਿੱਖ ਨੂੰ ਸਮਝ ਸਕਦੇ ਆ ਆਪਾਂ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੋਂ ਪਿਛਲੇ 4 ਸਾਲਾਂ ਦੇ ਵਿੱਚ ਕੈਪਟਨ ਸਰਕਾਰ ਸਾਹਮਣੇ ਆਈ ਹੈ, ਰਾਜ ਸੱਤਾ ਹਾਸਲ ਕੀਤੀ ਹੈ, ਤਾਂ ਲਾਜ਼ਮੀ ਤੌਰ ਤੇ ਉਸ ਤੋਂ ਬਾਅਦ ਲਗਾਤਾਰ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਔਰ ਕੈਪਟਨ ਸਾਹਿਬ ਨੇ ਜੋ ਵਾਅਦੇ ਕੀਤੇ ਸੀਗੇ ਉਹਨਾਂ ਦੇ ਬਾਰੇ ਵੀ ਕਾਂਗਰਸ ਦੇ ਵਿਦਿਨ ਤੇ ਉਹਨਾਂ ਦੀ ਖਾਸ ਤੌਰ ਤੇ ਜਿਹੜੇ ਜਿੱਤੇ ਹੋਏ ਐਮਐਲਏ ਸੀਗੇ ਉਹਨਾਂ ਦੇ ਵਿੱਚ ਵੀ ਚਰਚਾਵਾਂ ਹੁੰਦੀਆਂ ਹੋਈਆਂ ਰਹੀਆਂ ਔਰ ਉਹਨਾਂ ਦੇ ਇੱਕ ਦੂਜੇ ਦਾ ਵਿਰੋਧ ਵੀ ਚੱਲਦਾ ਰਿਹਾ। ਆਪਾਂ ਨੂੰ ਪਤਾ ਹੈ ਕਿ ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ, ਚਾਹੇ ਉਹ ਘਰ ਘਰ ਨੌਕਰੀ ਦਾ ਮੁੱਦਾ ਹੋਵੇ, ਚਾਹੇ ਕਿਸਾਨੀ ਜਿਹੜਾ ਹੈਗਾ ਉਹਨਾਂ ਦਾ ਕਰਜ਼ੇ ਮਾਫੀ ਦਾ ਮੁੱਦਾ ਹੋਵੇ, ਜਿਹੜੇ ਵੱਖ-ਵੱਖ ਮੁੱਦਿਆਂ ਬਾਰੇ ਜਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਕੈਪਟਨ ਸਾਹਿਬ ਸੱਤਾ 'ਚ ਆਏ ਸੀਗੇ, ਉਹਨਾਂ ਦੇ ਬਾਰੇ ਲਗਾਤਾਰ ਇਹ ਕਿਆਸ ਰਾਈਆਂ ਸੀਗੀਆਂ ਕਿ ਇਹ ਮੁੱਦੇ ਪੂਰੇ ਨਹੀਂ ਹੋ ਰਹੇ। ਇੱਥੋਂ ਤੱਕ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਪਿਛਲੇ ਵਾਰੀ ਜਦੋਂ ਕੈਪਟਨ ਸਾਹਿਬ ਦੀ ਚੋਣ ਲੜੀ ਸੀਗੀ ਤਾਂ ਉੱਥੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਮੈਂ ਇਹ ਚੋਣ ਆਖਰੀ ਚੋਣ ਲੜ ਰਿਹਾ ਤੇ ਇਸ ਤੋਂ ਬਾਅਦ ਮੈਂ ਹੁਣ ਚੋਣ ਨਹੀਂ ਲੜਾਂਗਾ। ਤੋ ਇੱਕ ਮੈਸੇਜ ਉਹਨਾਂ ਨੇ ਇਹ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਮੇਥੋਂ ਬਾਅਦ ਜਿਹੜੇ ਨੇ ਅਗਲੀ ਜਿਹੜੀ ਪੀੜ੍ਹੀ ਹੈ। ਡਾਕਟਰ ਸਾਹਿਬ, ਆਪਾਂ ਇਸ ਪਾਸੇ ਵੀ ਆਵਾਂਗੇ। ਸਭ ਤੋਂ ਪਹਿਲਾਂ ਗੱਲਬਾਤ ਆਪਾਂ ਇਹ ਕਰ ਲਈਏ ਕਿ ਜਿਹੜੀ ਹਰੀਸ਼ ਰਾਵਤ ਨੇ ਗੱਲਾਂ ਖੋਲੀਆਂ ਨੇ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਬਾਰੇ ਕੀ ਸੋਚਦੇ ਨੇ, ਪਹਿਲਾਂ ਆਪਾਂ ਇਸ ਤੇ ਜਾਣਕਾਰੀ ਲਈਏ ਇੱਕ ਵਾਰੀ। ਮੈਂ ਇਸ ਇੱਕ ਇਤਿਹਾਸ ਨੂੰ ਦੱਸਣ ਦਾ ਮਕਸਦ ਇਹ ਸੀਗਾ ਕਿ ਹਰੀਸ਼ ਰਾਵਤ ਜਿਹੜੀ ਗੱਲ ਕਰ ਰਹੇ ਨੇ ਕਿ ਮੈਂ ਨਵਜੋਤ ਸਿੱਧੂ ਔਰ ਕੈਪਟਨ ਸਾਹਿਬ ਨੂੰ ਮੈਂ ਮਿਲਾਵਾਂਗਾ, ਉਹਨਾਂ ਦੀ ਗਲਵੱਕੜੀ ਪਵਾਵਾਂਗਾ। ਕਦੇ ਉਹ ਉਹਨਾਂ ਨੂੰ ਲੰਚ ਤੇ ਬੁਲਾਉਂਦੇ ਨੇ, ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਦੇ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਇੱਕ ਦੂਜੇ ਨਾਲ ਮੁਲਾਕਾਤਾਂ ਕਰੋ, ਇੱਕ ਦੂਜੇ ਬਾਰੇ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ। ਪਰ ਮੈਂ ਜਿਹੜੀ ਗੱਲ ਇੱਥੇ ਇਹ ਦੱਸਣੀ ਚਾਹਣਾ ਆਪਣੇ ਦਰਸ਼ਕਾਂ ਨੂੰ ਵੀ ਕਰਤਾ, ਕਹਿੰਦੇ ਮੈਂ ਦਾਅਵਾ ਕਰਦਾ ਬੜੀ ਦ੍ਰਿੜਤਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਇੱਕੋ ਮੰਚ ਤੇ ਇਕੱਠਿਆ ਕਰ ਲਊਂਗਾ। ਬਿਲਕੁਲ, ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਰਾਵਤ ਜੀ ਜਦੋਂ ਟਰੈਕਟਰ ਟਰਾਲੀ ਦਾ ਮਾਰਚ ਚੱਲ ਰਿਹਾ ਸੀਗਾ ਔਰ ਇੱਕ ਉੱਥੇ ਬੜੀ ਵੱਡੀ ਕਨਵੈਨਸ਼ਨ ਹੋਈ ਸੀਗੀ ਔਰ ਉਹਦੇ ਵਿੱਚ ਕੈਪਟਨ ਸਾਹਿਬ ਬੋਲੇ ਸੀਗੇ ਔਰ ਉਹਦੇ ਵਿੱਚ ਸਿੱਧੂ ਸਾਹਿਬ ਵੀ ਬੋਲੇ ਸੀਗੇ, ਤੁਹਾਨੂੰ ਪਤਾ ਹੋਏਗਾ। ਔਰ ਸਿੱਧੂ ਸਾਹਿਬ ਦੇ ਜੇ ਤੁਸੀਂ ਤੇਵਰ ਦੇਖੇ ਹੋਣਗੇ ਉਸ ਰੈਲੀ ਦੇ ਵਿੱਚ, ਕਿਸਾਨਾਂ ਦੀ ਰੈਲੀ ਸੀ, 4-5 ਮਹੀਨਿਆਂ ਦੀ ਗੱਲ ਹੀ ਹੈ ਅਜੇ ਤਾਂ, ਉੱਥੇ ਰਾਵਤ ਸਾਹਿਬ ਵੀ ਬੈਠੇ ਆਏ ਸੀ, ਉੱਥੇ ਰਾਹੁਲ ਗਾਂਧੀ ਜੀ ਵੀ ਬੈਠੇ ਸੀਗੇ। ਜੋ ਤੇਵਰ ਉਹਨਾਂ ਨੇ ਉਸ ਰੈਲੀ ਦੇ ਵਿੱਚ ਦਿਖਾਏ ਸੀਗੇ, ਉਹਨਾਂ ਤੇਵਰਾਂ ਤੋਂ ਤੁਸੀਂ ਆਪਾਂ ਅੰਦਾਜ਼ਾ ਹੀ ਲਾ ਸਕਦੇ ਹਾਂ ਕਿ ਬੇਸ਼ੱਕ ਰਾਵਤ ਸਾਹਿਬ ਕੋਸ਼ਿਸ਼ ਕਰ ਰਹੇ ਨੇ ਆਪਣੇ ਵੱਲੋਂ, ਬਹੁਤ ਅੱਛੀ ਗੱਲ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਨਾਂ ਦੀ ਡਿਊਟੀ ਹੈ ਕੋਸ਼ਿਸ਼ ਕਰਨਾ। ਪਰ ਜਿਹੜੀ ਹਕੀਕਤ ਹੈ ਉਸ ਤੋਂ ਜਦੋਂ ਅਸੀਂ ਨਜ਼ਰ ਅੰਦਾਜ਼ ਅਸੀਂ ਨਹੀਂ ਕਰ ਸਕਦੇ
ਉਹਦਾ ਹਕੀਕਤ ਇਹ ਹੈ ਕਿ ਜਿੰਨੀ ਦੇਰ ਕੈਪਟਨ ਸਾਹਿਬ, ਕਿਉਂਕਿ ਮੈਂ ਇਹ ਗੱਲ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਕੈਪਟਨ ਸਾਹਿਬ ਨੇ ਪਿਛਲੇ ਵਾਰੀ ਇਹ ਵਾਅਦਾ ਕੀਤਾ ਸੀਗਾ ਕਿ ਮੇਰੀ ਇਹ ਆਖਰੀ ਇਲੈਕਸ਼ਨ ਹੋਏਗੀ, ਵੀ ਮੈਨੂੰ ਤੁਸੀਂ ਜਿਤਾ ਦਿਓ। ਹੁਣ ਉਹ ਦੁਬਾਰਾ ਫੇਰ ਪੱਟਾਂ ਨੂੰ ਤੇਲ ਲਾ ਰਹੇ ਨੇ ਔਰ ਫਿਰ ਉਹ ਆਪਣਾ weight ਘਟਾ ਰਹੇ ਨੇ, ਫਿੱਟ ਹੋ ਰਹੇ ਨੇ ਕਿ ਮੈਂ ਅਗਲੀ ਵਾਰੀ ਫੇਰ ਖੇਲਣੀ ਚਾਹੁੰਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਉੱਥੋਂ ਗੱਲ ਜਿਹੜੀ ਹੈਗੀ ਹੈ ਵਿਗੜਨੀ ਸ਼ੁਰੂ ਹੋ ਗਈ। ਉੱਥੋਂ ਸਿੱਧੂ ਸਾਹਿਬ ਨੂੰ ਇਹ ਲੱਗਦਾ ਹੈ, ਨਵਜੋਤ ਸਿੱਧੂ ਸਾਹਿਬ ਨੂੰ, ਕਿ ਹੁਣ ਮੇਰੀ ਵਾਰੀ ਜਿਹੜੀ ਹੈਗੀ ਹੈ, ਜੇ ਕੈਪਟਨ ਸਾਹਿਬ ਅਗਲੇ ਵਾਰੀ ਫੇਰ ਮੁੱਖ ਮੰਤਰੀ ਦਾ ਚਿਹਰਾ ਬਣਦੇ ਨੇ ਤਾਂ ਲਾਜ਼ਮੀ ਤੌਰ ਤੇ ਜਿਹੜਾ ਉਹਨਾਂ ਦੀਆਂ ਇੱਛਾਵਾਂ ਨੇ ਸਿੱਧੂ ਸਾਹਿਬ ਦੀਆਂ, ਉਹ ਪਿੱਛੇ ਚਲੀਆਂ ਜਾਣਗੀਆਂ। ਕਿਉਂਕਿ ਉਹਨਾਂ ਨੂੰ ਤਾਂ ਇਹ ਲੱਗਦਾ ਸੀਗਾ ਨਾ ਕਿ ਕੈਪਟਨ ਸਾਹਿਬ ਤੋਂ ਹੁਣ ਵਾਰੀ ਅਗਲਾ ਲੀਡਰ ਮੈਂ ਹੀ ਆ ਔਰ ਮੈਨੂੰ ਹੀ ਜਿਹੜਾ ਹੈਗਾ ਕਾਂਗਰਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਪਏਗਾ। ਇਸ ਲਈ ਉਹ ਲਗਾਤਾਰ ਚੁੱਪ ਵੀ ਰਹੇ। ਉਹ ਮਤਲਬ ਇੱਕ ਸਬਰ ਦਾ ਘੁੱਟ ਪੀ ਕੇ ਰਹਿ ਗਏ ਸੀਗੇ ਪਿਛਲੇ ਦਿਨਾਂ ਦੇ ਵਿੱਚ। ਬਹੁਤ ਸਾਰਾ ਉਹਨਾਂ ਨੇ ਸਬਰ ਕੀਤਾ ਸੀਗਾ ਔਰ ਇੱਥੋਂ ਤੱਕ ਕਿ ਆਪਣਾ ਜਿਹੜਾ ਅਹੁਦਾ ਸੀਗਾ ਉਹ ਵੀ ਕੁਰਬਾਨ ਕਰਤਾ ਸੀਗਾ। ਹਰੀਸ਼ ਰਾਵਤ ਨੇ ਜਿਸ ਤਰੀਕੇ ਨਾਲ ਕਿਹਾ ਹੈ ਕਿ ਭਵਿੱਖ ਲਈ ਤਿਆਰ ਕਰਨਾ ਚਾਹੁੰਦੇ ਨੇ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ, ਇਸ ਬਿਆਨ ਤੋਂ ਤੁਸੀਂ ਕੀ ਅੰਦਾਜ਼ਾ ਲਗਾ ਸਕਦੇ? ਨਹੀਂ, ਦੇਖੋ, ਕਾਂਗਰਸ ਪਾਰਟੀ ਤਾਂ ਤਿਆਰ ਕਰਨਾ ਚਾਹੁੰਦੀ ਹੈ। ਜੇ ਜਿੱਥੋਂ ਤੱਕ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਅਗਲਾ ਮੁੱਖ ਮੰਤਰੀ ਸਿੱਧੂ ਨੂੰ ਦੇਖਣਾ ਚਾਹੁੰਦੀ। ਅਮਰਿੰਦਰ ਸਿੰਘ ਬਾਰੇ ਉਹਨਾਂ ਨੇ ਇਹ ਗੱਲ ਕਹੀ ਹੈ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ, ਹਰੀਸ਼ ਰਾਵਤ ਕਹਿੰਦੇ ਇਹਨੂੰ ਗੱਲ ਨੂੰ ਗੋਲ-ਮੋਲ ਕਰ ਰਹੇ ਨੇ। ਉੱਥੇ ਤੁਸੀਂ ਉਹਨਾਂ ਨੂੰ ਗੱਲ ਨੂੰ ਸਮਝ ਲਓ। ਉਹ ਜਿਹੜੀ ਆਪਣੀ ਇੱਛਾ, ਜਿਹੜੀ ਕਾਂਗਰਸ ਦੀ ਇੱਛਾ ਹੈ, ਉਹਨੂੰ ਉਹ ਕੈਪਟਨ ਸਾਹਿਬ ਦੇ ਬਚਨਾਂ ਦੇ ਰਾਹੀਂ, ਉਹਨਾਂ ਦੇ ਬਿਆਨਾਂ ਦੇ ਰਾਹੀਂ ਪੂਰੀਆਂ ਕਰਨ ਲਈ ਇੱਕ ਇਸ਼ਾਰਾ ਕਰ ਰਹੇ ਨੇ। ਪਰ ਮੈਂ ਜਿਹੜੀ ਗੱਲ ਜਿਸ ਤੇ ਜ਼ੋਰ ਦੇਣਾ ਚਾਹੁੰਦਾ ਉਹ ਹੈ ਕਿ ਜਿੰਨੀ ਦੇਰ ਕੈਪਟਨ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ ਜੀ ਦੇ ਵਾਗਡੋਰ 'ਚ ਪੰਜਾਬ ਦੀ ਵਾਗਡੋਰ ਹੈ, ਉਨੀ ਦੇਰ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਵੀ ਸ਼ਕਤੀ, ਕੋਈ ਵੀ ਉੱਪਰੋਂ ਚਾਹੇ ਕਿੰਨੀ ਮਰਜ਼ੀ ਪ੍ਰੈਸ਼ਰ ਪੈ ਜਾਏ, ਪਰ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਸਿੱਧੂ ਸਾਹਿਬ ਨੂੰ ਕੋਈ ਆਪਣੀ ਸਪੇਸ ਦੇਣਗੇ, ਆਪਣੇ ਨੇੜੇ ਲਾਉਣਗੇ ਜਾਂ ਕੋਈ ਉਹਨਾਂ ਨੂੰ ਅਗਲਾ ਚਿਹਰਾ ਬਣਾਉਣ ਲਈ ਉਹ ਮਤਲਬ ਕੋਈ ਉਹਨਾਂ ਲਈ ਬੜਾ ਮੋਟਾ ਕੋਈ ਉਹ ਕੋਸ਼ਿਸ਼ ਕਰਨਗੇ। ਸੋ ਇਹ ਇੱਥੋਂ ਇਹੀ ਲੱਗਦਾ ਹੈ ਕਿ ਇਹ ਰਾਵਤ ਸਾਹਿਬ ਦੀ ਦਿਲ ਦੀ ਇੱਛਾ ਤਾਂ ਹੋ ਸਕਦੀ ਹੈ ਕਿ ਕੈਪਟਨ ਸਾਹਿਬ ਚਾਹਣ ਉਹਨਾਂ ਨੂੰ ਕਿ ਕੈਪਟਨ ਸਾਹਿਬ ਸਿੱਧੂ ਸਾਹਿਬ ਦੀ ਗਲਵੱਕੜੀ ਪੈ ਜਾਏ ਔਰ ਅਗਲੇ ਚਿਹਰੇ ਉਹ ਹੋਣ ਅਗਲੀ ਜਨਰੇਸ਼ਨ 'ਚ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਿੱਧੂ ਸਾਹਿਬ ਦੀ ਜਿਹੜੀ ਫੋਲੋਇੰਗ ਹੈ ਉਹ ਬਹੁਤ ਜ਼ਿਆਦਾ ਹੈ। ਸੋ ਇਸ ਕਰਕੇ ਇਹ ਰਾਵਤ ਸਾਹਿਬ ਦੀ ਇੱਛਾ ਸ਼ਕਤੀ ਹੋ ਸਕਦੀ ਹੈ। ਪਰ ਕੈਪਟਨ ਦੀ ਜਿਹੜੀ ਹੈਗੀ ਹੈ ਉਹਨਾਂ ਦੀ ਗੱਲ ਹਜਮ ਨਹੀਂ ਮੈਨੂੰ ਹੋ ਰਹੀ ਕਿ ਕੈਪਟਨ ਸਾਹਿਬ ਇਹ ਗੱਲ ਕਹਿਣ ਕਿ ਮੈਂ ਸਿੱਧੂ ਸਾਹਿਬ ਨੂੰ ਨੇੜੇ ਲਾਉਣਾ ਚਾਹੁੰਦਾ ਔਰ ਸਿੱਧੂ ਸਾਹਿਬ ਨੂੰ ਮੈਂ ਅਗਲਾ ਮੁੱਖ ਮੰਤਰੀ ਵੇਖਣਾ ਚਾਹੁੰਦਾ। ਇਹ ਮੈਨੂੰ ਗੱਲ ਜਿਹੜੀ ਹੈਗੀ ਹੈ, ਨਜ਼ਰ ਜਿਹੜੀ ਹੈਗੀ ਹੈ ਉਹ ਸਾਹੀ ਜਿਹੜੀ ਹੈਗੀ ਹੈ ਉਹ ਸਮਝ ਨਹੀਂ ਆ ਰਹੀ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਨੇ ਕਿ ਸਿੱਧੂ ਉਹਨਾਂ ਦੇ ਨਾਲ ਰਹਿਣ 2022 ਦੇ ਲਈ, ਤੇ ਮੰਤਰੀ ਮੰਡਲ ਦੇ ਵਿੱਚ ਵੀ ਉਹਨਾਂ ਨੂੰ ਜਗ੍ਹਾ ਦੇਣੀ ਚਾਹੁੰਦੇ ਨੇ। ਸਿੱਧੂ ਸਾਹਿਬ ਉਹ ਤਾਂ ਉਹਨਾਂ ਦਾ ਸ਼ਕਲ ਦੇਖਣਾ ਨਹੀਂ ਚਾਹੁੰਦੇ। ਜਿੱਥੋਂ ਤੱਕ ਉਹਨਾਂ ਦੀ ਸ਼ਕਲ ਦੀ ਗੱਲ ਹੈ, ਤੁਸੀਂ ਆਪਾਂ ਨਾਲ ਰਹਿਣ ਦੀ ਬਹੁਤ ਦੂਰ ਦੀ ਗੱਲ ਹੈ, ਗਲਵੱਕੜੀ ਪੈਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਕਿਉਂਕਿ ਪੋਲਿਟਿਕਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਹੁੰਦਾ ਹੈ, ਪੋਲਿਟਿਕਸ 'ਚ ਕਈ ਵਾਰੀ ਤੁਹਾਨੂੰ ਦੁਸ਼ਮਣਾਂ ਨੂੰ ਜੱਫੀਆਂ ਪਾਉਣੀਆਂ ਪੈਂਦੀਆਂ ਨੇ। ਪਰ ਜਿੱਥੋਂ ਤੱਕ ਕੈਪਟਨ ਸਾਹਿਬ ਦੇ ਸੁਭਾਅ ਦੀ ਗੱਲ ਹੈ, ਕੈਪਟਨ ਸਾਹਿਬ ਦੀ ਇੱਛਾ ਸ਼ਕਤੀ ਦੀ ਗੱਲ ਹੈ, ਕੈਪਟਨ ਸਾਹਿਬ ਦੀ ਪੋਲਿਟਿਕਸ ਦੀ ਗੱਲ ਹੈ, ਉਹ ਕਦੇ ਵੀ ਆਪਣੇ ਵਿਰੋਧੀਆਂ ਨੂੰ, ਆਪਣੇ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਅਗਲੇ ਇਹ ਜਾਨਸ਼ੀਨ ਹੋ ਸਕਦੇ ਨੇ, ਮੇਰੇ ਤੋਂ ਅੱਗੇ ਜਾ ਸਕਦੇ ਨੇ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਨਵਜੋਤ ਸਿੱਧੂ ਦਾ ਚਿਹਰਾ ਹੈ ਉਹ ਇਕੱਲੇ ਪੰਜਾਬ ਤੱਕ ਹੀ ਨਹੀਂ, ਇਕੱਲੇ ਹਿੰਦੁਸਤਾਨ ਤੱਕ ਹੀ ਨਹੀਂ, ਇੱਕ ਇੰਟਰਨੈਸ਼ਨਲ ਲੈਵਲ ਦਾ ਚਿਹਰਾ ਹੈ। ਔਰ ਜਦੋਂ ਜੇ ਉਹਨਾਂ ਨੂੰ ਨੇੜੇ ਲਾਉਣਗੇ ਤਾਂ ਲਾਜ਼ਮੀ ਤੌਰ ਤੇ ਕੀ ਹੋਏਗਾ, ਮੰਨ ਲਓ ਨੇੜੇ ਲਾ ਵੀ ਲੈਂਦੇ ਨੇ, ਆਪਾਂ ਇਸ ਨੂੰ ਚਲੋ ਤੁਹਾਡੀ ਗੱਲ ਮੰਨ ਲੈਂਦੇ ਹਾਂ, ਰਾਵਤ ਸਾਹਿਬ ਦੀ ਗੱਲ ਮੰਨ ਲੈਂਦੇ ਹਾਂ, ਤਾਂ ਕੀ ਹੋਏਗਾ ਕਿ ਹੌਲੀ ਹੌਲੀ ਜਿਹੜੇ ਨੇ ਸਿੱਧੂ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਚਿਹਰਾ ਉੱਭਰਨਗੇ ਪਾਰਟੀ ਦੇ ਵਿੱਚ। ਤਾਂ ਇਹ ਕੈਪਟਨ ਸਾਹਿਬ ਨੂੰ ਕਿਵੇਂ ਬਰਦਾਸ਼ਤ ਹੋਏਗਾ? ਕੈਪਟਨ ਸਾਹਿਬ ਜਦੋਂ ਉਹਨੂੰ ਲੱਗਦਾ ਹੈ ਕਿ ਇਸ ਵੇਲੇ ਮੇਰੇ ਕਰਕੇ ਜਿਹੜੀ ਕਾਂਗਰਸ ਜਿੱਤ ਰਹੀ ਹੈ, ਚਾਹੇ ਵਿਧਾਨ ਸਭਾ ਹੋਣ, ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ, ਚਾਹੇ ਨਗਰਪਾਲਿਕਾ ਦੀਆਂ ਚੋਣਾਂ ਹੋਣ, ਚਾਹੇ ਪੰਚਾਇਤ ਚੋਣਾਂ ਹੋਣ, ਇਹ ਸਾਰੀਆਂ ਚੋਣਾਂ ਤੁਸੀਂ ਉਹ ਜਿਹੜੇ ਨੇ ਉਹ ਕਿਹਦੇ ਚਿਹਰੇ ਰਾਹੀਂ ਜਿੱਤ ਰਹੇ ਹੋ। ਤਾਂ ਇੱਥੋਂ ਤੁਹਾਨੂੰ ਲੱਗਦਾ ਹੈ ਕਿ ਜੇ ਨਵਾਂ ਚਿਹਰਾ ਲਿਆਉਂਦੀ ਹੈ ਕਾਂਗਰਸ ਤਾਂ ਲਾਜ਼ਮੀ ਤੌਰ ਤੇ ਨਵੇਂ ਚਿਹਰੇ ਨੂੰ ਕੈਪਟਨ ਸਾਹਿਬ ਜਿੰਨੇ ਦੇਰ ਬੈਠੇ ਨੇ, ਦੇਖੋ ਮੈਂ ਨਹੀਂ ਕਹਿੰਦਾ ਕਿ ਹੋ ਨਹੀਂ ਸਕਦਾ, ਜਿੰਨੀ ਦੇਰ ਪਰ ਕੈਪਟਨ ਸਾਹਿਬ ਬੈਠੇ ਨੇ, ਉਹਨਾਂ ਦੀ ਕੋਠਰੀ ਬੈਠੀ ਹੈ, ਉਹਨਾਂ ਦਾ ਇੱਕ ਪੂਰੇ ਦਾ ਪੂਰਾ ਗਰੁੱਪ ਬੈਠਾ ਹੈ, ਉਨੀ ਦੇਰ ਕਦੇ ਵੀ ਸਿੱਧੂ ਸਾਹਿਬ ਦੇ ਪੈਰ ਨਹੀਂ ਲੱਗਣਗੇ ਪੰਜਾਬ ਦੀ। ਪਰ ਇੱਥੇ ਗੱਲ ਇਹ ਵੀ ਹੈ ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਰਫ ਮੰਤਰੀ ਮੰਡਲ ਦੇ ਅਹੁਦੇ ਤੇ ਮੰਨ ਜਾਣਗੇ
ਜਾਂ ਕੈਪਟਨ ਦੀ ਇੱਕ ਗਲਵਕੜੀ ਤੇ ਹੀ ਮੰਨ ਜਾਣਗੇ? ਤੁਹਾਨੂੰ ਲੱਗਦਾ ਇਸ ਵਾਰ ਨਵਜੋਤ ਸਿੰਘ ਸਿੱਧੂ ਇਸ ਤਰੀਕੇ ਨਾਲ? ਨਹੀਂ, ਦੇਖੋ, ਮੈਨੂੰ ਨਹੀਂ ਲੱਗਦਾ ਕਿ ਸਿੱਧੂ ਸਾਹਿਬ ਜਿਹੜੇ ਨੇ ਉਹ ਇੰਨੇ ਗੈਰਤਮੰਦ ਨੇ ਕਿ ਉਹਨਾਂ ਦੀ ਜਿਹੜੀ ਗੈਰਤ ਹੈ ਉਹ ਨਹੀਂ ਜਾਗਦੀ। ਉਹਨਾਂ ਦੀ ਗੈਰਤ ਜਾਗਦੀ ਹੈ, ਔਰ ਉਹ ਇਸ ਮਤਲਬ ਆਪਾਂ ਇੱਕ ਵਾਰੀ ਤਾਂ ਉਹਨਾਂ ਨੇ ਅਸਤੀਫਾ ਦੇਤਾ, ਹੁਣ ਲੋਕਾਂ ਨੂੰ ਕੀ ਮੂੰਹ ਦਿਖਾਉਣਗੇ? ਮੰਨ ਲਓ ਤੁਹਾਡੀ ਗੱਲ ਮੰਨ ਲਈ ਜਾਂ ਰਾਵਤ ਸਾਹਿਬ ਦੀ ਗੱਲ ਮੰਨ ਲਈ ਕਿ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪਹਿਲਾਂ ਸੀਗਾ ਉਹ ਦੇ ਦਿਓ, ਤਾਂ ਕੀ ਮੂੰਹ ਲੈ ਕੇ ਉਹ ਲੋਕਾਂ 'ਚ ਜਾਣਗੇ? ਕੀ ਭਾਈ ਤੂੰ ਫੇਰ ਦੁਬਾਰਾ ਇਹਨੂੰ ਪਹਿਲਾਂ ਤਾਂ ਰਿਜੈਕਟ ਕਰਤਾ, ਫੇਰ ਹੁਣ ਦੁਬਾਰਾ ਲੈ ਰਹੇ ਆ, ਤੇਰੀ ਗੈਰਤ ਕਿੱਧਰ ਗਈ ਗੈਰਤ? ਸੋ ਇਸ ਕਰਕੇ ਜਿਹੜੀ ਇਹ ਗੈਰਤ ਦੀ ਲੜਾਈ ਲੜ ਰਹੇ ਨੇ ਇਸ ਵੇਲੇ ਨਵਜੋਤ ਸਿੱਧੂ, ਉਹਨਾਂ ਨੂੰ ਗੈਰਤ ਦੀ ਲੜਾਈ ਜੇ ਤਾਂ ਉਹ ਸਟੈਂਡ ਲੈਣਗੇ ਤਾਂ ਉਹਨਾਂ ਦੀ ਸੇਹ ਜਿਹੜੀ ਹੈਗੀ ਹੈ, ਉਹਨਾਂ ਦੀ ਪਛਾਣ ਜਿਹੜੀ ਜਿਸ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਇਹ ਸਟੈਂਡ ਲੈਣ ਵਾਲੇ ਲੋਕ ਨੇ, ਔਰ ਸਟੈਂਡ ਲੈਂਦੇ ਨੇ, ਲੋਕਾਂ ਲਈ ਸਟੈਂਡ ਲੈਂਦੇ ਨੇ, ਆਮ ਜਨਤਾ ਲਈ ਸਟੈਂਡ ਲੈਂਦੇ ਨੇ, ਤਾਂ ਇੱਕ ਇਹ ਛਵੀ ਜਿਹੜੀ ਹੈਗੀ ਹੈ ਨਵਜੋਤ ਸਿੱਧੂ ਦੀ ਉਹ ਤਾਂ ਬਣੀ ਰਹੇਗੀ। ਜੇ ਇਹਨੂੰ ਦੁਬਾਰਾ ਉਹ ਲੈਂਦੇ ਨੇ, ਦੁਬਾਰਾ ਗਲਵਕੜੀ ਪਾਉਂਦੇ ਨੇ, ਤਾਂ ਲਾਜ਼ਮੀ ਤੌਰ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਨਵਜੋਤ ਸਿੱਧੂ ਦੀ ਛਵੀ ਜਿਹੜੀ ਹੈਗੀ ਹੈ ਉਹ ਦਾਅ ਤੇ ਲੱਗ ਸਕਦੀ ਹੈ। ਇਸ ਕਰਕੇ ਉਹ ਇਸ ਚੀਜ਼ ਨੂੰ ਸਮਝ ਰਹੇ ਨੇ ਔਰ ਬਹੁਤ ਫੂਕ ਕੇ ਕਦਮ ਜਿਹੜੇ ਹੈਗੇ ਨੇ ਰੱਖ ਰਹੇ ਨੇ। ਅਜੇ ਉਹਨਾਂ ਨੂੰ ਸਮਾਂ ਨਹੀਂ ਮਿਲ ਰਿਹਾ। ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਨਾ ਕਿ ਸ਼ਾਇਦ ਹੁਣ 5 ਸਾਲਾਂ ਬਾਅਦ ਕੈਪਟਨ ਸਾਹਿਬ ਦੀ ਹੌਲੀ ਜਿਹੜੀ ਹੈਗੀ ਹੈ ਸਿਹਤ ਵੀ ਖਰਾਬ ਹੋ ਜਾਏਗੀ ਤੇ ਉਹਨਾਂ ਦੀ ਜਿਹੜੀ ਹੈਗੀ ਆ ਲੋਕਪ੍ਰਿਯਤਾ ਉਹ ਵੀ ਜਾਂਦੀ ਰਹੇਗੀ। ਹੌਲੀ ਉਹ ਅਗਲੇ ਨੇਤਾ ਜਿਹੜੇ ਨੇ ਉਹ ਬਣ ਜਾਣਗੇ। ਇਸੇ ਲਈ ਉਹ ਕਾਂਗਰਸ ਦੇ ਵਿੱਚ ਟਿਕੇ ਹੋਏ ਸੀਗੇ ਪਿਛਲੇ 4 ਸਾਲਾਂ ਤੋਂ, ਪਰ ਹੁਣ ਉਹਨਾਂ ਨੂੰ ਲੱਗ ਰਿਹਾ ਹੈ ਕਿ ਕੈਪਟਨ ਸਾਹਿਬ ਦੁਬਾਰਾ ਆ ਰਹੇ ਨੇ ਤਾਂ ਉਹਨਾਂ ਦੇ ਜਿਹੜੇ ਦਿਲ ਦੇ ਵਲਵਲੇ ਨੇ ਉਹ ਸਾਨੂੰ ਜ਼ਿਆਦਾ ਦਿਖਾਈ ਦੇ ਰਹੇ ਨੇ, ਔਰ ਉਹਨਾਂ ਦੇ ਉੱਤੇ, ਉਹਨਾਂ ਵਲਵਲਿਆਂ ਦੇ ਉੱਤੇ ਰਾਵਤ ਜੀ ਪਾਣੀ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕਿੰਨੀ ਕੁ ਦੇਰ ਤੁਸੀਂ ਧੱਕੇ ਦੇ ਨਾਲ ਆਪਾਂ ਗਲਵਕੜੀਆਂ ਪਵਾ ਵੀ ਦਈਏ। ਮੰਨ ਲਓ ਜੇ ਤੁਹਾਡੇ ਦਿਲ ਹੀ ਨਹੀਂ ਮਿਲੇ ਤਾਂ ਉਹ ਗਲਵਕੜੀ ਦਾ ਕੀ ਫਾਇਦਾ? ਜੇ ਤੁਹਾਡੇ ਦਿਲ ਤਾਂ ਬਿਲਕੁਲ ਵੱਖਰੇ ਨੇ, ਦਿਲਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਭਰੀ ਪਈ ਹੈ, ਤੁਸੀਂ ਉੱਤੋਂ ਮੰਨ ਲਓ ਗਲਵਕੜੀਆਂ ਪਾ ਵੀ ਲਓਗੇ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਕੀ ਹੋਏਗਾ ਕਿ ਫਿਊਚਰ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਮੇਲ ਹੋਣਾ ਉਹ ਅਸੰਭਵ ਮੈਨੂੰ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਸਮੱਸਿਆ ਜਿਹੜੀ ਹੈਗੀ ਹੈ ਦੋਵਾਂ ਦੇ ਆਪਣੀ ਪੋਲਿਟਿਕਸ ਨੂੰ ਚਮਕਾਉਣ ਦੀ ਹੈ। ਜੇ ਇੱਕ ਦੂਜੇ ਨਾਲ ਉਹ ਮਿਲ ਕੇ ਚੱਲਦੇ ਆ ਤਾਂ ਉਹਨਾਂ ਲੋਕਾਂ ਦੇ ਵਿੱਚ ਉਹ ਜਿਹੜੇ ਨੇ ਆਪਣੇ ਉਹਨਾਂ ਦੇ ਵੋਟਰ ਨੇ, ਆਪਣੇ ਉਹਨਾਂ ਨੂੰ ਪਸੰਦ ਕਰਨ ਵਾਲੇ ਲੋਕ ਨੇ, ਤਾਂ ਉਹ ਉਹਨਾਂ ਲੋਕਾਂ ਤੋਂ ਟੁੱਟ ਸਕਦੇ ਆ। ਸੋ ਇਸ ਕਰਕੇ ਨਵਜੋਤ ਸਿੱਧੂ ਜਿਹੜੇ ਨੇ ਉਹ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੋਈ ਵੱਡਾ ਸਟੈਪ ਲੈਣਗੇ। ਜੀ ਸਰ। ਤਾਂ ਗੱਲਬਾਤ ਜਿਹੜੀ ਹਰੀਸ਼ ਰਾਵਤ ਕਰ ਰਹੇ ਨੇ, ਜੇਕਰ ਹਰੀਸ਼ ਰਾਵਤ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਨੂੰ ਨਾਲ ਰੱਖਣਾ ਚਾਹੁੰਦੇ ਨੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਭਵਿੱਖ ਦੇ ਲਈ ਤਿਆਰ ਕਰਨਾ ਚਾਹੁੰਦੇ ਨੇ। ਨਵਜੋਤ ਸਿੰਘ ਸਿੱਧੂ ਨੂੰ, ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦੇਣੀ ਚਾਹੁੰਦੇ ਨੇ। ਤਾਂ ਨਾਲ ਹੀ ਨਾਲ ਹਰੀਸ਼ ਰਾਵਤ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਜਿਹੜਾ ਇਹਨਾਂ ਨੂੰ ਜਲਦੀ ਹੀ ਇੱਕ ਮੰਚ ਦੇ ਉੱਪਰ ਦ੍ਰਿੜਤਾ ਨਾਲ ਗੱਲ ਕਹੀ, ਮੈਂ ਇਕੱਠੇ ਕਰ ਲਊਂਗਾ। ਤਾਂ ਇਹ ਸਭ ਕੁਝ ਹੁੰਦਾ ਵੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਆਪਾਂ ਰੁਕ ਕਰ ਲੈਂਦੇ ਹਾਂ ਅਗਲੀ ਖਬਰ ਦਾ। ਜਿਸ ਤਰੀਕੇ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ, ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸਾਰੀਆਂ ਪਾਰਟੀਆਂ ਦਾ ਉੱਤੇ, ਤਾਂ ਦੂਜੇ ਪਾਸੇ ਕਿਸਾਨ ਜਿਹੜੇ ਹੈਗੇ ਆ ਬੀਜੇਪੀ ਨੂੰ ਢਾਹ ਲਾਉਣ ਦੇ ਲਈ ਉੱਥੇ ਪਹੁੰਚ ਗਏ ਨੇ। ਕੀ ਲੱਗਦਾ ਕਿ ਕਿਸਾਨ ਉੱਥੋਂ ਦੇ ਲੋਕਾਂ ਨੂੰ ਆਪਣੀ ਗੱਲਬਾਤ ਸਮਝਾਉਣ ਦੇ ਵਿੱਚ ਤੇ ਬੀਜੇਪੀ ਨੂੰ ਢਾਹ ਲਾਉਣ ਦੇ ਵਿੱਚ, ਬੀਜੇਪੀ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ ਕਾਮਯਾਬ ਉੱਥੇ ਜ਼ਰੂਰ ਹੋਣਗੇ? ਸੁਖਵਿੰਦਰ ਜੀ, ਦੇਖੋ ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸ਼ੁਰੂ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਕਿਸਾਨਾਂ ਦਾ, ਔਰ ਇੱਥੇ ਕੀ ਹੋਇਆ ਕਿ 26 ਸਾਲ ਪੁਰਾਣੀ ਪਾਰਟੀ ਜਿਹਦਾ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਪਿਛਲੇ 26 ਸਾਲ ਤੋਂ ਚੱਲ ਰਿਹਾ ਸੀਗਾ, ਉਹ ਤੋੜਿਆ ਗਿਆ, ਉਹ ਟੁੱਟਿਆ। ਔਰ ਉਸ ਤੋਂ ਬਾਅਦ ਬੀਜੇਪੀ ਦੀ ਜੋ ਪੰਜਾਬ ਦੇ ਵਿੱਚ ਹਾਲਾਤ ਪੈਦਾ ਬਣ ਗਏ ਉਹਨਾਂ ਦੇ, ਔਰ ਉਹਦੇ ਵਿੱਚ ਉਹਨਾਂ ਨੂੰ ਇਹਨਾਂ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਨਾਂ ਨੂੰ ਆਪਣੇ ਜਿਹੜੇ ਉਮੀਦਵਾਰ ਨਹੀਂ ਸੀ ਲੱਭ ਰਹੇ। ਔਰ ਜਿਹੜਾ ਹੈਗਾ ਅਕਾਲੀ ਦਲ ਦੀ ਗੱਲ ਹੈ, ਔਰ ਅਕਾਲੀ ਦਲ ਨੂੰ ਕਿਵੇਂ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ, ਕਿਵੇਂ ਲੋਕਾਂ ਨੇ ਨਫ਼ਰਤ ਦਾ ਇੱਕ ਆਲਮ ਜਿਹੜਾ ਸੀਗਾ ਇੱਥੇ ਬਣਿਆ ਅਕਾਲੀ ਦਲ ਦੇ ਪ੍ਰਤੀ, ਸੋ ਉਹ ਅਸੀਂ ਦੇਖ ਚੁੱਕੇ ਹਾਂ। ਫਿਰ ਤੁਸੀਂ ਹਰਿਆਣੇ ਚ ਆ ਜਾਓ ਉਸ ਤੋਂ ਬਾਅਦ ਕਿ ਹਰਿਆਣੇ ਦੇ ਵਿੱਚ ਬੀਜੇਪੀ ਔਰ ਜੇਜੇਪੀ ਦੇ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ, ਮੈਨੂੰ ਲੱਗਦਾ ਕਿ ਪਿਛਲੇ ਲੰਬੇ ਸਮੇਂ ਤੋਂ ਇਦਾਂ ਦੇ ਹਾਲਾਤ ਉਹਨਾਂ ਨੇ ਕਦੇ ਦੇਖੇ ਨਹੀਂ ਹੋਣਗੇ, ਕਿਉਂਕਿ ਵਿਰੋਧ ਜੋ ਜੇਜੇਪੀ ਔਰ ਬੀਜੇਪੀ ਦੇ ਵਿਧਾਇਕਾਂ ਦਾ ਹੋ ਰਿਹਾ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਜਿਹਦੇ ਵਿੱਚ ਕਿਸਾਨ ਜਿਹੜੇ ਨੇ ਇਹਨਾਂ ਦਾ ਵਿਰੋਧ ਕਰ ਰਹੇ ਨੇ ਔਰ ਉਹਨਾਂ ਨੂੰ ਪ੍ਰੋਗਰਾਮ ਆਪਣੇ ਰੱਦ ਕਰਨੇ ਪੈ ਰਹੇ ਨੇ। ਫਿਰ ਤੁਸੀਂ ਯੂਪੀ ਚ ਆ ਜਾਓ, ਯੂਪੀ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਟਕੈਤ ਹੋਰਾਂ ਨੇ ਕਿਵੇਂ ਬੀਜੇਪੀ ਦੇ ਨੱਕ 'ਚ ਦਮ ਕੀਤਾ ਹੋਇਆ ਯੂਪੀ ਦੇ ਵਿੱਚ,
ਫਿਰ ਤੁਸੀਂ ਉੱਤਰਾਖੰਡ ਦੀ ਗੱਲ ਕਰਦੇ ਆ, ਉੱਥੇ ਵੀ ਜਿਹੜੇ ਹੈਗੇ ਬੀਜੇਪੀ ਵਾਲਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਉਸ ਤੋਂ ਬਾਅਦ ਤੁਸੀਂ ਵੱਖ-ਵੱਖ ਜਿਹੜੀਆਂ ਸਟੇਟਾਂ ਦੇ ਵਿੱਚ ਕਿਸਾਨ ਅੰਦੋਲਨ ਭਖ ਰਿਹਾ, ਉਹਦੇ ਵਿੱਚ ਹੀ ਲੋਕ ਜਿਹੜੇ ਨੇ ਕਿਸਾਨਾਂ ਦੇ ਨਾਲ ਜੁੜ ਰਹੇ ਨੇ। ਔਰ ਬੰਗਾਲ ਦੇ ਵਿੱਚ ਕਿਉਂਕਿ ਹੁਣ ਇਲੈਕਸ਼ਨਾਂ ਨੇ, ਸੋ ਇਲੈਕਸ਼ਨਾਂ ਕਰਕੇ ਕੀ ਹੋ ਗਿਆ ਕਿ ਬੀਜੇਪੀ, ਕਿਉਂਕਿ ਬੀਜੇਪੀ ਦਾ ਪਹਿਲਾਂ ਹੀ ਪੈਰ ਨਹੀਂ ਹੈਗੇ ਉੱਥੇ, ਬੀਜੇਪੀ ਮਤਲਬ ਕਿਤੇ ਵੀ ਸਟੈਂਡ ਨਹੀਂ ਕਰਦੀ ਪਿਛਲੇ ਲੰਬੇ ਸਮੇਂ ਤੋਂ, ਚਾਹੇ ਉੱਥੇ ਆਪਾਂ ਨੂੰ ਪਤਾ ਹੈ ਕਿ ਚਾਹੇ ਉਹ ਲੈਫਟ ਦੀ ਸਰਕਾਰ ਰਹੀ ਹੈ ਜਾਂ ਹੁਣ ਮਮਤਾ ਦੀ ਸਰਕਾਰ ਰਹੀ ਹੈ। ਸੋ ਇਸ ਕਰਕੇ ਉਸ ਸਟੇਟ ਦੇ ਵਿੱਚ ਜਿੱਥੇ ਬੀਜੇਪੀ ਦਾ ਜਿਹੜਾ ਗੜ ਹੈ, ਉਹ ਕੋਈ ਉੱਥੇ ਉਹਨਾਂ ਦੇ ਪੈਰ ਜਿਹੜੇ ਨੇ ਅਜੇ ਨਹੀਂ ਪਸਰੇ, ਉੱਥੇ ਤਾਂ ਬੀਜੇਪੀ ਨੂੰ ਉਖਾੜਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਕਿਉਂਕਿ ਇਸ ਵੇਲੇ ਸਿਰਫ ਜਿਹੜੇ ਕਿਸਾਨ ਨੇ, ਕਿਸਾਨ ਨੇਤਾ ਨੇ, ਉਹ ਇਕੱਲੇ ਕਿਸਾਨੀ ਮੁੱਦੇ ਨਹੀਂ ਲੈ ਰਹੇ, ਉਹ ਇਸ ਵੇਲੇ ਮਹਿੰਗਾਈ ਦਾ ਮੁੱਦਾ ਵੀ ਨਾਲ ਚੱਕ ਰਹੇ ਨੇ, ਇਸ ਵੇਲੇ ਹੈਲਥ ਦਾ ਮੁੱਦਾ ਵੀ ਨਾਲ ਚੱਕ ਰਹੇ ਨੇ। ਇਸ ਵੇਲੇ ਜਿਹੜੀਆਂ ਜ਼ਮੀਨਾਂ ਵੇਚੀਆਂ ਗਈਆਂ ਸੈਂਟਰ ਗਵਰਨਮੈਂਟ ਦੀਆਂ, ਚਾਹੇ ਉਹ ਰੇਲ ਗੱਡੀਆਂ ਵੇਚੀਆਂ ਗਈਆਂ, ਚਾਹੇ ਉਹ ਜਹਾਜ਼ਾਂ ਦੇ ਜਿਹੜੇ ਅੱਡੇ ਸੀ ਉਹ ਵੇਚੇ ਗਏ, ਚਾਹੇ ਉਹ ਬੀਮਾ ਕੰਪਨੀਆਂ ਵੇਚੀਆਂ ਗਈਆਂ, ਉਹ ਸਾਰੇ ਮੁੱਦੇ ਜਿਹੜੇ ਨੇ ਕਿਸਾਨ ਇਸ ਵੇਲੇ ਲੋਕ ਚੱਕ ਕੇ ਲੋਕਾਂ ਨੂੰ ਚੇਤਨ ਕਰ ਰਹੇ ਨੇ ਕਿ ਭਾਈ ਜੇ ਬੀਜੇਪੀ ਸਰਕਾਰ ਆਉਂਦੀ ਹੈ ਇੱਥੇ ਤਾਂ ਉਹੀ ਹਾਲ ਕਰੇਗੀ ਤੁਹਾਡਾ ਜਿਹੜਾ ਉਹਨਾਂ ਨੇ ਸੈਂਟਰ ਲੈਵਲ ਤੇ ਕੀਤਾ ਹੈ, ਕਾਲੇ ਕਾਨੂੰਨ ਉਹ ਲੈ ਕੇ ਆ ਰਹੀ ਹੈ। ਔਰ ਕਿਸਾਨਾਂ ਦੇ ਵਿੱਚ MSP ਦਾ ਮੁੱਦਾ ਉਹ ਲਗਾਤਾਰ ਲੈ ਕੇ ਆ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦਾ ਨੁਕਸਾਨ ਲਾਜ਼ਮੀ ਤੌਰ ਤੇ ਬੀਜੇਪੀ ਨੂੰ ਹੋਣਾ ਹੀ ਹੋਣਾ ਹੈ। ਇਕੱਲੇ ਬੰਗਾਲ ਵਿੱਚ ਹੀ ਨਹੀਂ, ਜਿੱਥੇ ਜਿੱਥੇ 5 ਸਟੇਟਾਂ ਦੇ ਵਿੱਚ ਇਹ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਇਸ ਤੋਂ ਬਾਅਦ ਕਿਸਾਨ ਸਾਡੇ ਜਿਹੜੇ ਨੇ ਉੱਥੇ ਵੀ ਜਾ ਰਹੇ ਨੇ, ਉਹਨਾਂ ਸਟੇਟਾਂ ਦੇ ਵਿੱਚ ਵੀ ਜਾਣਗੇ, ਕਿਉਂਕਿ ਹਰ ਸਟੇਟ ਜਿਹੜੀ ਹੈਗੀ ਹੈ ਉਹਦੇ ਵਿੱਚ ਵੱਡੀ ਗਿਣਤੀ ਕਿਸਾਨਾਂ ਦੀ ਹੈ। ਔਰ ਕਿਸਾਨਾਂ ਦੇ ਮੁੱਦੇ ਇਸ ਵੇਲੇ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਪੱਕੇ ਹੋਏ ਨੇ, ਹਰ ਬੱਚੇ ਨੂੰ ਪਤਾ ਹੈ ਕਿ ਕਿਸਾਨਾਂ ਦੇ ਲਈ ਕਾਲੇ ਕਾਨੂੰਨ ਇਹਨਾਂ ਨੇ ਬਣਾਏ ਨੇ। ਔਰ ਇਹਨਾਂ ਕਾਲੇ ਕਾਨੂੰਨਾਂ ਦੇ ਲਈ ਹੁਣ ਸਾਰੇ ਲੋਕ ਜਿਹੜੇ ਨੇ ਉਹ ਇਕਜੁੱਟ ਹੋ ਰਹੇ ਨੇ, ਔਰ ਉਹਦਾ ਨੁਕਸਾਨ ਜਿਹੜਾ ਹੈਗਾ ਅਲਟੀਮੇਟਲੀ ਅਖੀਰ ਨੂੰ ਬੀਜੇਪੀ ਨੂੰ ਹੋਣਾ ਹੀ ਹੋਣਾ ਹੈ। ਪਹਿਲਾਂ ਉਹ ਬੰਗਾਲ ਦੇ ਵਿੱਚ ਹੋਏਗਾ, ਮੈਂ ਪਹਿਲਾਂ ਵੀ ਦੱਸਿਆ ਕਿ ਵੱਖ-ਵੱਖ ਸਟੇਟਾਂ 'ਚ ਤਾਂ ਆਲਰੇਡੀ ਉਹ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਉਹ ਜਿਹੜਾ ਇਹਨਾਂ ਨੇ ਹੁਣ ਤੁਸੀਂ ਦੇਖੋਗੇ ਕਿ ਹੁਣ ਇਹ ਘਬਰਾਏ ਹੋਏ, ਆਪਾਂ ਨੂੰ ਪਤਾ ਹੈ ਕਿ ਕਿਸਾਨਾਂ ਦੇ ਉੱਤੇ ਕੇਸ ਕਰ ਰਹੇ ਨੇ। ਜਿਹੜੇ ਕਿਸਾਨਾਂ ਵਿਚਾਰੇ ਆਪਣੀ ਧੁੱਪ ਤੋਂ ਬਚਣ ਦੇ ਲਈ ਜਾਂ ਸਰਦੀ ਤੋਂ ਬਚਣ ਲਈ ਮਾੜੇ ਮੋਟੇ ਉਹ ਟੈਂਪਰੇਰੀ ਜਿਹੜੇ ਮਕਾਨ ਉਹ ਬਣਾਏ ਹੋਏ ਸੀ, ਉਹਨਾਂ ਨੇ ਟੈਂਪਰੇਰੀ ਜੁਗਾੜ ਕੀਤੇ ਹੋਏ ਸੀ, ਮਕਾਨ ਵੀ ਨਹੀਂ ਜੁਗਾੜ ਸੀਗੇ ਉਹ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਜਦੋਂ ਸਾਡਾ ਸੰਘਰਸ਼ ਖਤਮ ਹੋਏਗਾ ਇਹਨਾਂ ਨੂੰ ਅਸੀਂ ਚੱਕ ਲਾਂਗੇ, ਸਾਡੀ ਜ਼ਿੰਮੇਵਾਰੀ ਹੋਏਗੀ, ਅਸੀਂ ਆਪ ਸਾਫ਼ ਸਫਾਈਆ ਸਾਰਾ ਅਸੀਂ ਕਰਕੇ ਜਾਵਾਂਗੇ। ਇਹਦੇ ਬਾਵਜੂਦ ਕਿਸਾਨਾਂ ਦੇ ਉੱਤੇ ਕੇਸ ਬਣਾਏ ਜਾ ਰਹੇ ਨੇ ਔਰ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕਿਸਾਨ ਵਿਚਾਰੇ, ਇਹਨੂੰ ਆਪਾਂ ਨੂੰ ਪਤਾ ਹੈ ਕਿ ਸਾਡੇ ਹਰ ਰੋਜ਼ 3 ਜਾਂ 4 ਕਿਸਾਨ ਜਿਹੜੇ ਨੇ ਉੱਥੇ ਰਹਿ ਕੇ ਸ਼ਹੀਦ ਹੋ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਕਿਸਾਨ ਜਿਹੜੇ ਨੇ ਆਪਣੇ ਚੇਤਨ ਹੋ ਚੁੱਕੇ ਨੇ ਆਪਣੇ ਹੱਕਾਂ ਦੇ ਪ੍ਰਤੀ, ਆਪਣੇ ਇਹ ਕਾਲੇ ਕਾਨੂੰਨਾਂ ਦੇ ਪ੍ਰਤੀ। ਸੋ ਇਸ ਕਰਕੇ ਜੇ ਬੰਗਾਲ ਦੇ ਵਿੱਚ ਬੀਜੇਪੀ ਨੂੰ ਮਾਤ ਮਿਲਦੀ ਹੈ, ਹਾਰ ਮਿਲਦੀ ਹੈ, ਤਾਂ ਲਾਜ਼ਮੀ ਤੌਰ ਤੇ ਕਿਸਾਨਾਂ ਦੀ ਤੇ ਆਮ ਲੋਕਾਂ ਦੀ ਬਹੁਤ ਵੱਡੀ ਜਿੱਤ ਹੋ ਸਕਦੀ ਹੈ, ਜਿਹੜੀ ਕਿ ਉਹ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ। ਜੀ ਸਰ। ਭੀਮਿੰਦਰ ਜੀ, ਸਾਡੇ ਨਾਲ ਜੁੜੇ ਤੁਸੀਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਇਹੀ ਕਹਾਂਗਾ ਕਿ ਹੁਣ ਇਹ ਸੰਘਰਸ਼ ਜਿਹੜਾ ਹੈਗਾ ਆਪਣੇ ਸਿਖਰ ਵੱਲ ਜਾ ਰਿਹਾ ਹੈ। 108 ਦਿਨਾਂ ਤੋਂ ਉੱਪਰ ਹੁਣ ਜਾ ਰਹੇ ਨੇ ਔਰ ਇਹਦੇ ਵਿੱਚ ਕਿਉਂਕਿ ਹੁਣ ਚੋਣਾਂ ਨੇ 5 ਸਟੇਟਾਂ ਦੇ ਵਿੱਚ, ਇਹਨਾਂ ਚੋਣਾਂ ਦੇ ਦੌਰਾਨ ਸਾਡਾ ਫਰਜ਼ ਇਹੀ ਬਣਦਾ ਕਿ ਅਸੀਂ ਜਿੱਥੇ ਕੋਈ ਸਾਡਾ ਇਹਨਾਂ ਸਟੇਟਾਂ ਦੇ ਵਿੱਚ ਰਿਸ਼ਤੇਦਾਰ ਰਹਿੰਦਾ ਹੈ, ਦੋਸਤ ਮਿੱਤਰ ਰਹਿੰਦਾ ਹੈ, ਤਾਂ ਆਪਣੇ ਤਰੀਕੇ ਨਾਲ ਅਸੀਂ ਉੱਥੇ ਆਪਣੀ ਜਿਹੜੀ ਹੈਗੀ ਹੈ ਗੱਲ ਰੱਖੀਏ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਆਮ ਲੋਕਾਂ ਦੇ ਹੱਕ ਦੇ ਵਿੱਚ। ਅਸੀਂ ਲੋਕਾਂ ਨੂੰ ਬੀਜੇਪੀ ਦੇ ਖਿਲਾਫ ਜਿਹੜਾ ਹੈਗਾ, ਜਿਵੇਂ ਕਿਸਾਨ ਕਹਿ ਰਹੇ ਨੇ ਕਿ ਇਹਨਾਂ ਨੂੰ ਹਰਾਉਣ ਦੇ ਲਈ ਸਾਨੂੰ ਹਮਲਾ ਮਾਰਨਾ ਚਾਹੀਦਾ ਹੈ, ਔਰ ਉਹ ਹਮਲਾ ਜਿਹੜਾ ਹੈਗਾ ਸਾਨੂੰ ਵੀ ਆਪਣੇ ਤੌਰ ਤੇ ਵੀ ਇੱਕ ਨਾਗਰਿਕ ਹੋਣ ਦੇ, ਚੰਗੇ ਨਾਗਰਿਕ ਹੋਣ ਦੇ ਨਾਤੇ ਵੀ ਸਾਨੂੰ ਉਹ ਹਮਲਾ ਮਾਰਨ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਧੰਨਵਾਦ।